ਲੁਧਿਆਣਾ ਨਗਰ ਨਿਗਮ ਨੇ ਅੱਜ ਤੋਂ 11 ਸਾਲ ਪਹਿਲਾਂ 120 ਬੱਸਾਂ ਦੀ ਸਿਟੀ ਬੱਸ ਦੀ ਸ਼ੁਰੂਆਤ ਕੀਤੀ ਸੀ, ਪਰ ਅੱਜ ਲੁਧਿਆਣਾ ਦੀ ਸੜਕਾਂ ਤੇ ਸਿਰਫ 10 ਸਿਟੀ ਬੱਸਾਂ ਦੌੜਦੀਆਂ ਨੇ। ਉਹਨਾਂ ਨੇ ਰਵਨੀਤ ਬਿੱਟੂ ਜੀ ਨੇ ਸਿਆਸਤ ਕੀਤੀ, ਅਕਾਲੀ ਬੀਜੇਪੀ ਨੇ ਸਿਆਸਤ ਕੀਤੀ। ਸਿਆਸਤ ਦਾ ਨਤੀਜਾ ਕੀ ਹੋਇਆ ਆ ਤੁਹਾਡੇ ਸਾਹਮਣੇ ਆ, ਆ ਦੇਖੋ ਪੱਕੇ ਪਏ ਨੇ ਇੱਥੇ। ਤੁਸੀਂ ਦੇਖ ਸਕਦੇ ਹੋ ਡਰਾਈਵਿੰਗ ਸੀਟ ਤੇ ਜੋ ਸਟੀਅਰਿੰਗ ਆ ਉਸ ਦੇ ਉੱਤੇ ਜੋ ਬਟਨ ਨੇ ਬੱਸ ਨੂੰ ਚਲਾਉਣ ਦੇ ਲਈ ਕਿਸ ਤਰ੍ਹਾਂ ਕੰਡਮ ਹਾਲਤ ਦੇ ਵਿੱਚ ਨੇ। ਸੋ ਇੱਕ ਖਸਤਾ ਹਾਲਤ, ਜਨਤਾ ਦਾ ਪੈਸਾ ਕਿਸ ਤਰ੍ਹਾਂ ਬਰਬਾਦ ਕੀਤਾ ਜਾ ਰਿਹਾ। ਕੀ ਕਾਰਨ ਕੀ ਸਮਝਦੇ ਹੋ ਕਿ ਬੱਸਾਂ ਕਿਉਂ ਨਹੀਂ ਚਲਾਈ ਜਾਂਦੀਆਂ? ਜਨਤਾ ਦੀ ਸੁਵਿਧਾ ਲਈ ਬੱਸਾਂ ਖਰੀਦੀਆਂ ਗਈਆਂ, 65 ਕਰੋੜ ਰੁਪਏ ਲਾਗਤ ਲਾ ਦਿੱਤੀ ਹੈ ਤੇ ਪਰ ਅੱਜ ਕੰਡਮ ਹੋ ਰਹੀਆਂ, ਕਿਉਂ ਨਹੀਂ ਚਲਾਉਂਦੇ ਪਏ? ਸੋ ਲੁਧਿਆਣਾ ਸਿਟੀ ਬੱਸ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਖਸਤਾ ਹਾਲਤ ਆ। ਲੁਧਿਆਣਾ ਦੀ ਜਨਤਾ ਨੂੰ ਪਬਲਿਕ ਟਰਾਂਸਪੋਰਟ ਦੀ ਸੁਵਿਧਾ ਦੇਣ ਦੇ ਲਈ ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਯਾਨੀ ਕਿ ਲੁਧਿਆਣਾ ਨਗਰ ਨਿਗਮ ਨੇ ਅੱਜ ਤੋਂ 11 ਸਾਲ ਪਹਿਲਾਂ 120 ਬੱਸਾਂ ਦੀ ਸਿਟੀ ਬੱਸ ਦੀ ਸ਼ੁਰੂਆਤ ਕੀਤੀ ਸੀ, ਪਰ ਅੱਜ ਲੁਧਿਆਣਾ ਦੀ ਸੜਕਾਂ ਤੇ ਸਿਰਫ 10 ਸਿਟੀ ਬੱਸਾਂ ਦੌੜਦੀਆਂ ਨੇ। ਬਾਕੀਆਂ ਦੀ ਹਾਲਤ ਕੀ ਹੈ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ। ਸੋ ਇਹ ਕੰਡਮ ਬੱਸਾਂ ਜਿਹੜੀਆਂ ਵਾ ਕਾਰਪੋਰੇਸ਼ਨ ਦੀਆਂ ਵਰਕਸ਼ਾਪਾਂ ਦੇ ਵਿੱਚ ਖੜੀਆਂ ਨੇ। ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਜਿਵੇਂ ਕਿ ਦੱਸਿਆ ਕਿ ਕਰੀਬ 11 ਸਾਲ ਪਹਿਲਾਂ ਕਾਰਪੋਰੇਸ਼ਨ ਵੱਲੋਂ ਸਿਟੀ ਬੱਸਾਂ ਜਿਹੜੀਆਂ ਵਾ 120 ਦੇ ਕਰੀਬ ਖਰੀਦੀਆਂ ਗਈਆਂ ਸੀਗੀਆਂ। ਉਸ ਵਕਤ ਸੂਬੇ ਦੇ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਸੀਗੀ। ਸੋ ਸੁਖਬੀਰ ਬਾਦਲ ਨੇ ਇਸ ਦੀ ਸ਼ੁਰੂਆਤ ਜਿਹੜੀ ਆ ਲੁਧਿਆਣਾ ਦੇ ਵਿੱਚ ਕੀਤੀ ਸੀਗੀ। 120 ਬੱਸਾਂ ਜਿਹੜੀਆਂ ਵਾ ਕਰੀਬ 65 ਕਰੋੜ ਦੀ ਲਾਗਤ ਨਾਲ ਇਹ ਬੱਸਾਂ ਖਰੀਦੀਆਂ ਸੀਗੀਆਂ, ਪਰ ਅੱਜ ਇਹਨਾਂ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕੀ ਹਾਲਤ ਆ। ਜਦੋਂ ਚੁਣਾਵ ਆਉਂਦੇ ਨੇ ਤਾਂ ਵੱਡੇ ਵੱਡੇ ਵਾਅਦੇ ਗਿਣਾ ਦਿੱਤੇ ਜਾਂਦੇ ਨੇ ਕਿ ਲੋਕਾਂ ਲਈ ਸੁਵਿਧਾ ਲਈ ਅਸੀਂ ਇਹ ਕਰਾਂਗੇ, ਪਰ ਸੁਵਿਧਾਵਾਂ ਲਈ ਸਮਾਨ ਜ਼ਰੂਰ ਖਰੀਦ ਲਿੱਤਾ ਜਾਂਦਾ ਵਾ, ਪਰ ਉਸ ਦੀਆਂ ਹਾਲਤ ਕੀ ਹੁੰਦੀਆਂ ਨੇ ਇਹ ਤਸਵੀਰਾਂ ਸਾਫ਼ ਦਿਖ ਰਹੀਆਂ ਨੇ। ਜਿਵੇਂ ਕਿ ਦੱਸਿਆ ਕਿ 65 ਕਰੋੜ ਦੀ ਲਾਗਤ ਨਾਲ 120 ਬੱਸਾਂ ਲੁਧਿਆਣਾ ਨਗਰ ਨਿਗਮ ਨੇ ਖਰੀਦੀਆਂ ਸੀਗੀਆਂ, ਪਰ ਅੱਜ ਇਹਨਾਂ ਦੀ ਹਾਲਤ ਕੰਡਮ ਹੋ ਗਈ ਆ। ਸੋ ਮੈਂ ਇੱਥੇ ਦੱਸਦਾ ਕਿ ਅੱਜ ਵੀ ਲੁਧਿਆਣਾ ਦੇ ਵਿੱਚ ਸਿਰਫ 10 ਬੱਸਾਂ ਜਿਹੜੀਆਂ ਵਾ ਚੱਲ ਰਹੀਆਂ ਨੇ, ਜਿਨ੍ਹਾਂ ਚੋਂ 37 ਕੰਡਮ ਹੋ ਚੁੱਕੀਆਂ ਨੇ। 73 ਦੇ ਕਰੀਬ ਬੱਸਾਂ ਜਿਹੜੀਆਂ ਵਾ ਮਿੱਟੀ ਨਾਲ ਭਰੀਆਂ ਹੋਈਆਂ ਨੇ। ਸੋ ਇਸ ਨੂੰ ਚਲਾਉਣ ਦੇ ਲਈ ਨਗਰ ਨਿਗਮ ਨੇ ਪ੍ਰਾਈਵੇਟ ਕੰਪਨੀ ਨਾਲ ਠੇਕਾ ਕੀਤਾ, ਪਰ ਹਾਲਾਤ ਬੱਸਾਂ ਦੇ ਖਸਤਾ ਹਾਲਤ ਨੇ। ਸੋ ਜਿਵੇਂ ਦੱਸ ਰਹੇ ਕਿ 11 ਸਾਲ 'ਚ 84 ਮੀਟਿੰਗਾਂ ਵੀ ਕੀਤੀਆਂ ਗਈਆਂ, ਪਰ ਇਹਨਾਂ ਬੱਸਾਂ ਨੂੰ ਹਾਲੇ ਤੱਕ ਨਹੀਂ ਚਲਾਇਆ ਗਿਆ। ਸੋ ਓਪਨ ਦੇ ਵਿੱਚ ਇਹ ਬੱਸਾਂ ਜਿਹੜੀਆਂ ਖੜੀਆਂ ਨੇ, ਸਮਾਨ ਜਿਹੜਾ ਵਾ ਇਸ ਦਾ ਕੰਡਮ ਹੋ ਚੁੱਕਾ ਵਾ। ਸੋ ਜਿਹੜੀਆਂ 37 ਕੰਡਮ ਬੱਸਾਂ ਨੇ ਉਸ ਨੂੰ ਚਲਾਉਣ ਦੇ ਲਈ ਕਰੀਬ ਇੱਕ ਬੱਸ ਤੇ 5 ਲੱਖ ਦੀ ਕੋਸਟ ਵੀ ਆ ਰਹੀ ਆ। ਸੋ ਜਿਨ੍ਹਾਂ ਦੇ ਵਿੱਚ ਟਾਇਰ ਦਾ ਖਰਚਾ ਜਿਹੜਾ ਵਾ 1.5 ਲੱਖ ਆ, ਇਹਦੇ 'ਚ ਜਿਹੜੀਆਂ ਬੈਟਰੀਆਂ ਲੱਗਣੀਆਂ ਨੇ ਉਸ ਦਾ ਖਰਚਾ ਕਰੀਬ 28,000 ਆ, ਇਸ ਦੀ ਇੰਸ਼ੋਰੈਂਸ ਹੋਣੀ ਆ 55,000 ਦੀ ਇੰਸ਼ੋਰੈਂਸ ਆ। ਸੋ 2011 ਸੇ ਅਬ ਜਿਹੜੀਆਂ ਹੁਣ ਤੱਕ ਦਾ ਫਿਟਨੈਸ ਜੁਰਮਾਨਾ ਵੀ ਜਿਹੜਾ ਵਾ 1,80,000 ਦੇ ਕਰੀਬ ਹੈਗਾ ਵਾ। ਸੋ ਇਹਦੀ ਫਿਟਨੈਸ ਫੀਸ ਜਿਹੜੀ ਆ 20,000 ਆ, ਇੰਜਨ ਆਇਲ ਆ 10,000 ਆ, ਗੇਅਰ ਸਰਵਿਸ ਆ। ਸੋ ਅਲੱਗ-ਅਲੱਗ ਤਰ੍ਹਾਂ ਦੇ ਇਸ ਦੇ ਖਰਚੇ ਵੀ ਜਿਹੜੇ ਨੇ ਹੈਗੇ ਨੇ। ਸੋ ਚਲਾਉਣ ਦੇ ਲਈ ਇੱਕ ਬੱਸ ਨੂੰ ਪਹਿਲਾਂ 5 ਲੱਖ ਰੁਪਏ ਲਗਾਉਣਾ ਪਵੇਗਾ, ਫਿਰ ਇਸ ਬੱਸ ਨੂੰ ਠੀਕ ਕੀਤਾ ਜਾਵੇਗਾ, ਤਾਂ ਹੀ ਇਹ ਬੱਸ ਜਿਹੜੀ ਆ ਸੜਕਾਂ ਤੇ ਚੱਲ ਸਕਦੀ ਆ। ਸੋ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀਆਂ ਬੱਸਾਂ ਤਾਂ ਸੜਕਾਂ ਤੇ ਚਲਾਈਆਂ ਨਹੀਂ ਗਈਆਂ, ਵਰਕਸ਼ਾਪ 'ਚ ਖੜੀਆਂ ਕੰਡਮ ਹੋ ਗਈਆਂ। ਸਮਾਜ ਸੇਵੀ ਕੀਮਤੀ ਰਾਵਲ ਮੇਰੇ ਨਾਲ ਮੌਜੂਦ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਪਰ ਤੁਹਾਨੂੰ ਬੱਸਾਂ ਦੀ ਹਾਲਤ ਦਿਖਾ ਦਿੰਦੇ ਆ। ਸੋ ਇੱਕ ਵਾਰ ਫਿਰ ਹੋਰ ਬੱਸਾਂ ਦਿਖਾ ਦਿੰਦੇ ਆ, ਜਿਨ੍ਹਾਂ 'ਚ ਬਹੁਤ ਸਾਰੀਆਂ ਮਿੰਨੀ ਬੱਸਾਂ ਨੇ ਔਰ ਬਹੁਤ ਸਾਰੀਆਂ ਬੱਸਾਂ ਜਿਹੜੀਆਂ ਨੇ ਵੱਡੀਆਂ ਬੱਸਾਂ ਨੇ। ਸੋ ਇਹ ਸਾਰੀਆਂ ਹੀ ਬੱਸਾਂ ਜਿਹੜੀਆਂ ਵਾ ਕੰਡਮ ਹੋ ਚੁੱਕੀਆਂ ਨੇ, ਇਹਨਾਂ ਦੇ ਹਾਲਤ ਜਿਹੜੇ ਨੇ ਉਹ ਖਰਾਬ ਨੇ। ਸੋ ਤੁਸੀਂ ਦੇਖ ਸਕਦੇ ਹੋ ਕਈਆਂ ਦੇ ਟਾਇਰ ਨਹੀਂ ਹੈਗੇ, ਉਹ ਟਾਇਰ ਜਿਹੜੇ ਨੇ ਉਹ ਪੂਰੀ ਤਰ੍ਹਾਂ ਕੰਡਮ ਹੋ ਚੁੱਕੇ ਨੇ। ਸੋ ਅੰਦਰਲੀ ਤੁਹਾਨੂੰ ਤਸਵੀਰ ਅਸੀਂ ਦਿਖਾਵਾਂਗੇ। ਸੋ ਤੁਸੀਂ ਬੱਸਾਂ ਦੇ ਹਾਲਾਤ ਦੇਖ ਸਕਦੇ ਹੋ। ਸੋ ਇਹ ਨਵੀਆਂ ਬੱਸਾਂ ਨੇ, 11 ਸਾਲਾਂ ਦੇ ਵਿੱਚ ਇਹਨਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਹੋ ਗਏ ਨੇ। ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਸੋ ਦੇਖੋ, ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾਉਣ। ਸੋ ਸਮਾਜ ਸੇਵੀ ਕੀਮਤੀ ਰਾਵਲ ਨੇ ਜਿਹੜੇ ਕਿ ਤਸਵੀਰਾਂ ਦਿਖਾ ਰਹੇ ਨੇ। ਪੱਖੇ ਜਿਹੜੇ ਕੰਡਮ ਹੋ ਚੁੱਕੇ ਨੇ, ਉਤਾਰੇ ਗਏ ਨੇ, ਖਸਤਾ ਹਾਲਤ ਇਹ ਬੱਸਾਂ ਨੇ। ਅਗਰ ਪ੍ਰਾਈਵੇਟ ਬੱਸ ਹੋਵੇ ਤਾਂ ਕਿਸੇ ਕੰਪਨੀ, ਕੋਈ ਪ੍ਰਾਈਵੇਟ ਕੰਪਨੀ ਬੱਸ ਨੂੰ ਚਲਾਵੇ ਤਾਂ ਇਸ ਤਰ੍ਹਾਂ ਦੀ ਹਾਲਤ ਨਹੀਂ ਰੱਖ ਸਕਦੀ। ਕਾਰਪੋਰੇਸ਼ਨ ਦੇ ਅਧਿਕਾਰੀ ਨੇ, ਉਹਨਾਂ ਦੇ ਘਰਾਂ ਦੇ ਵਿੱਚ ਵੀ ਗੱਡੀਆਂ ਖੜੀਆਂ ਨੇ, ਪਰ ਜਨਤਾ ਦਾ ਪੈਸਾ ਵਾ, ਕਾਰਪੋਰੇਸ਼ਨ ਨੂੰ ਸ਼ਾਇਦ
ਇਸ ਦੀ ਫਿਕਰ ਨਹੀਂ ਹੈਗੀ ਕਿ ਜਨਤਾ ਦੇ ਟੈਕਸਾਂ ਤੋਂ ਇਹ ਬੱਸਾਂ ਪਾਈਆਂ ਗਈਆਂ ਨੇ, ਜਨਤਾ ਨੂੰ ਸੁਵਿਧਾ ਜਿਹੜੀ ਆ ਉਹ ਦਿੱਤੀ ਜਾਵੇ, ਪਰ ਸੁਵਿਧਾ ਨਾ ਦੇ ਬਰਾਬਰ ਆ। ਸੋ ਕੀਮਤੀ ਰਾਵਣ ਨਾਲ ਹੁਣ ਗੱਲਬਾਤ ਕਰ ਲੈਂਦੇ ਆ। ਕੀਮਤੀ ਜੀ, ਬੱਸਾਂ ਦੀ ਹਾਲਤ ਅਸੀਂ ਦਿਖਾ ਰਹੇ ਆ। ਕੰਡਮ ਬੱਸਾਂ ਖੜੀਆਂ ਨੇ ਇੱਥੇ। 11 ਸਾਲ ਦੇ ਵਿੱਚ 120 ਬੱਸਾਂ ਆਈਆਂ, 65 ਕਰੋੜ ਦੀ ਕਰੀਬ ਲਾਗਤ ਨਾਲ ਕਾਰਪੋਰੇਸ਼ਨ ਨੇ ਬੱਸਾਂ ਖਰੀਦੀਆਂ। ਅੱਜ ਇਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈਗੀ ਆ, ਅਸੀਂ ਦਰਸ਼ਕਾਂ ਨੂੰ ਦਿਖਾ ਰਹੇ ਹਾਂ। ਮੇਰਾ ਖਿਆਲ ਹੈ ਕਿ ਅਗਰ ਕਾਰਪੋਰੇਸ਼ਨ ਦਾ ਕੋਈ ਅਧਿਕਾਰੀ ਕੋਈ ਗੱਡੀ ਖਰੀਦੇ ਤਾਂ ਉਹ ਆਪਣੀ ਸਾਫ਼ ਸਫਾਈ ਰੱਖਦਾ ਵਾ। 50-50 ਸਾਲ ਤਾਂ ਆਪਣੀ ਗੱਡੀ ਕੰਡਮ ਨਹੀਂ ਹੋਣ ਦਿੰਦਾ। ਅੱਜ 11 ਸਾਲਾਂ 'ਚ ਇਹਨਾਂ ਦੇ ਹਾਲਾਤ ਕੀ ਹੋ ਗਏ ਨੇ? ਇਹ ਜਵਾਹਰ ਲਾਲ ਨਹਿਰੂ ਅਰਬਨ ਮਿਸ਼ਨ ਦੇ ਤਹਿਤ ਇਹ 200 ਬੱਸਾਂ ਦਾ ਇਹਨਾਂ ਦਾ ਮਿਸ਼ਨ ਸੀ ਕਿ ਲੁਧਿਆਣੇ ਸ਼ਹਿਰ ਨੂੰ 200 ਬੱਸਾਂ ਦਾ ਨਵਾਜਣਾ ਸੀ। ਲੇਕਿਨ ਹੋਇਆ ਕੀ? ਹੋਇਆ ਇਹ ਕਿ 120 ਬੱਸਾਂ ਆਈਆਂ, ਲਗਭਗ 65 ਕਰੋੜ ਦੇ ਲਾਗਤ ਕਹੀ ਗਈ ਹੈ, ਔਰ ਉਸ 65 ਕਰੋੜ ਰੁਪਈਆ ਜਿਹੜਾ ਸਾਡੇ ਟੈਕਸਾਂ ਦਾ ਪੈਸਾ ਸੀ, ਸਾਡੇ ਖੂਨ ਪਸੀਨੇ ਦੀ ਕਮਾਈ ਦਾ ਪੈਸਾ ਸੀ, ਜਿਹੜਾ ਕਿ ਇਹਨਾਂ ਨੇ ਆਹ ਹਾਲਾਤ ਕਰ ਦਿੱਤੇ। ਤੁਹਾਨੂੰ ਯਾਦ ਹੋਏਗਾ ਜਦੋਂ ਅਕਾਲੀ ਸਰਕਾਰ ਸੀ, ਇਹ ਬੱਸਾਂ ਚੱਲੀਆਂ ਸੀ, ਉਦੋਂ ਸਾਡੇ ਰਵਨੀਤ ਬਿੱਟੂ ਜੀ ਜਿਹੜੇ ਮੈਂਬਰ ਪਾਰਲੀਮੈਂਟ ਸੀ, ਉਹ ਇਹਨਾਂ ਨੂੰ ਬੜੀ ਅੱਛੀ ਤਰ੍ਹਾਂ ਧੋ ਸਵਾਰ ਕੇ ਗਏ ਸੀ। ਬਿਲਕੁਲ, ਮੈਂ ਵੀ ਦੱਸ ਦਵਾਂ ਕਿ ਜਦੋਂ ਅਕਾਲੀ ਭਾਜਪਾ ਸਰਕਾਰ ਨੇ ਬੱਸਾਂ ਸ਼ੁਰੂ ਕੀਤੀਆਂ ਸੀਗੀਆਂ ਤਾਂ ਸਰਕਾਰ ਉਸ ਵਕਤ ਜਾਣ ਵਾਲੀ ਸੀਗੀ, ਤਾਂ ਬੱਸਾਂ ਇਸੇ ਤਰ੍ਹਾਂ ਕਾਰਪੋਰੇਸ਼ਨ ਦੀ ਵਰਕਸ਼ਾਪ 'ਚ ਖੜੀਆਂ ਸੀਗੀਆਂ। ਉਦੋਂ ਜਿਹੜੇ ਮੈਂਬਰ ਪਾਰਲੀਮੈਂਟ ਆ ਰਵਨੀਤ ਸਿੰਘ ਬਿੱਟੂ, ਉਹਨਾਂ ਨੇ ਆ ਕੇ ਇਸ ਦੀ ਸਫਾਈ ਕੀਤੀ ਸੀਗੀ, ਨਾਲ ਉਹਨਾਂ ਦੇ ਐਮਐਲਏ ਸੀਗੇ। ਸੋ ਬੱਸਾਂ ਦੀ ਸਫਾਈ ਕੀਤੀ ਸੀ। ਉਹ ਲੋਕਾਂ ਨੂੰ ਦੱਸ ਰਹੇ ਸੀ ਕਿ ਖਸਤਾ ਹਾਲਤ 'ਚ ਬੱਸਾਂ ਖੜੀਆਂ ਨੇ, ਇਹਨਾਂ ਨੂੰ ਚਲਾਇਆ ਜਾਵੇ। ਪਰ ਸਰਕਾਰ ਬਦਲੀ ਕੀਮਤੀ ਰਾਵਲ ਜੀ, ਉਸ ਤੋਂ ਬਾਅਦ ਕਾਂਗਰਸੀ ਸਰਕਾਰ ਆ ਗਈ। ਅੱਜ ਵੀ ਸੂਬੇ ਦੇ ਵਿੱਚ ਕਾਂਗਰਸੀ ਸਰਕਾਰ ਆ, ਪਰ ਅਕਾਲੀਆਂ ਨੇ ਰਿਪੀਟ ਬਾਜੀ ਮਾਰੀ, ਕਹਿੰਦੇ ਕਿ ਅਸੀਂ ਵੀ ਜਾ ਕੇ ਧੂਫ ਬੱਤੀ ਕਰ ਆਈਏ। ਤਾਂ ਥੋੜੇ ਸਮੇਂ ਪਹਿਲਾਂ ਅਕਾਲੀ ਵੀ ਐਮਐਲਏ ਲੈ ਕੇ ਆਪਣੇ ਧੂਫ ਬੱਤੀ ਕਰ ਰਹੇ ਸੀ ਉੱਥੇ, ਜਿਹੜੇ ਐਕਸ ਐਮਐਲਏ ਸੀਗੇ, ਪਰ ਬੱਸਾਂ ਅੱਜ ਵੀ ਕੰਡਮ ਖੜੀਆਂ। ਬਿਲਕੁਲ, ਜਦੋਂ ਰਵਨੀਤ ਬਿੱਟੂ ਜੀ ਨੇ ਆ ਕੇ ਬੜੀ ਚੰਗੀ ਤਰ੍ਹਾਂ ਸਫਾਈ ਕੀਤੀ, ਅੱਛੀ ਤਰ੍ਹਾਂ ਧੋਤਾ, ਬੜਾ ਮਨ ਖੁਸ਼ ਹੋਇਆ। ਉਸ ਤੋਂ ਬਾਅਦ ਸਰਕਾਰ ਜਦੋਂ ਆ ਗਈ ਆਪਣੇ ਕਾਂਗਰਸੀ, ਫਿਰ ਤਰਸ ਆ ਗਿਆ ਇਹਨਾਂ ਨੂੰ, ਅਕਾਲੀਆਂ ਨੂੰ ਤੇ ਬੀਜੇਪੀ ਵਾਲਿਆਂ ਨੂੰ। ਅਕਾਲੀ ਤੇ ਬੀਜੇਪੀ ਵਾਲਿਆਂ ਨੇ ਆ ਕੇ ਇੱਥੇ ਧੂਫ ਬੱਤੀ ਕੀਤੀ। ਉਸ ਤੋਂ ਬਾਅਦ ਕੀ ਹੋਇਆ? ਸਿਆਸਤ ਹੋਈ। ਸਿਆਸਤ ਕੋਈ ਸਮਾਧਾਨ ਤਾਂ ਨਹੀਂ ਕੱਢਿਆ। ਉਹਨਾਂ ਨੇ, ਰਵਨੀਤ ਬਿੱਟੂ ਜੀ ਨੇ ਸਿਆਸਤ ਕੀਤੀ, ਅਕਾਲੀ ਬੀਜੇਪੀ ਨੇ ਸਿਆਸਤ ਕੀਤੀ। ਸਿਆਸਤ ਦਾ ਨਤੀਜਾ ਕੀ ਹੋਇਆ? ਆਹ ਤੁਹਾਡੇ ਸਾਹਮਣੇ ਆ। ਆਹ ਦੇਖੋ, ਪੱਖੇ ਪਏ ਨੇ ਇੱਥੇ, ਆ ਮਿੱਟੀ ਨਾਲ ਧੂਲ ਭਰੀਆਂ ਆ। ਦੇਖੋ, ਭਰਿਆ ਹੈ। ਮੈਨੂੰ ਲੱਗਦਾ ਅਗਰ ਮੈਂ ਜਿਵੇਂ ਸਟਾਰਟਿੰਗ ਕੀਤੀ ਸੀ ਕਿ ਅਗਰ ਕੋਈ ਲੀਡਰ ਦੀ ਗੱਡੀ ਹੋਵੇ ਜਾਂ ਕੋਈ ਕਾਰਪੋਰੇਸ਼ਨ ਦੀ ਗੱਡੀ ਹੋਵੇ, ਸਾਡੀ ਆਪਣੀ ਵੀ ਗੱਡੀ ਹੋਵੇ, ਤਾਂ ਅਸੀਂ ਬੜੀ ਸਾਫ਼ ਸਫਾਈ ਰੱਖਦੇ ਹਾਂ, ਹੈ ਨਾ। ਇਹ ਜਨਤਾ ਦੇ ਪੈਸੇ ਦੇ ਨਾਲ ਹੀ ਇਹ ਬੱਸਾਂ ਜਿਹੜੀਆਂ ਲੁਧਿਆਣਾ ਦੀ ਸੁਵਿਧਾ ਲਈ ਬਣਾਈਆਂ ਗਈਆਂ ਸੀਗੀਆਂ ਕਿ ਲਿਆਂਦੀਆਂ ਜਾਵੇ, ਘੱਟ ਕਿਰਾਏ ਦੇ ਵਿੱਚ ਸਫ਼ਰ ਜਿਹੜਾ ਤੈਅ ਕੀਤਾ ਜਾਵੇ। ਪਰ ਅੱਜ ਹਾਲਾਤ ਕੀ ਹੋ ਗਏ ਨੇ? ਜਨਤਾ ਦਾ ਪੈਸਾ ਕਿਸ ਤਰ੍ਹਾਂ ਵੇਸਟ ਕਰ ਰਹੀ ਸਰਕਾਰਾਂ? ਤੁਸੀਂ ਦੇਖੋ, ਸਾਡੇ ਕੋਲ ਅਗਰ ਸਾਡੇ ਕੋਈ ਸੀਵਰੇਜ ਦਾ ਪਾਣੀ ਦਾ ਬਿੱਲ ਨਾ ਦਈਏ ਤੇ ਸਾਡਾ ਕਨੈਕਸ਼ਨ ਕੱਟ ਜਾਂਦੇ ਆ ਕੇ। ਲੇਕਿਨ ਉਹ ਸਾਡਾ ਪੈਸਾ ਜਿਹੜਾ ਅਸੀਂ ਇੰਨੀ ਮਤਲਬ ਮਿਹਨਤ ਨਾਲ ਕਮਾ ਕੇ ਇਹਨਾਂ ਨੂੰ ਦਿੰਦੇ, ਸਾਡੀ ਇਮਾਨਦਾਰੀ ਦੀ ਕਮਾਈ ਹੈ। ਸਾਡੇ ਕੋਲ ਇਹਨਾਂ ਨੂੰ ਤਾਂ ਬਹੁਤ ਤਨਖਾਹਾਂ ਮਿਲਦੀਆਂ ਨੇ, ਇਹਨਾਂ ਨੂੰ ਤਾਂ ਪੈਟਰੋਲ ਫ੍ਰੀ ਹੈ, ਇਹਨਾਂ ਦਾ ਇਲਾਜ ਫ੍ਰੀ ਹੈ, ਇਹਨਾਂ ਦੇ ਬਿਜਲੀ ਦੇ ਬਿੱਲ ਫ੍ਰੀ ਹੈ, ਇਹਨਾਂ ਟੈਲੀਫੋਨ ਦਾ ਬਿੱਲ ਫ੍ਰੀ ਹੈ। ਇਹਨਾਂ ਸਭ ਕੁਝ ਇਹਨਾਂ ਨੂੰ ਫ੍ਰੀ ਹੋਣ ਦੇ ਬਾਵਜੂਦ ਸਾਡੇ ਤੇ ਜਬਰੀ ਟੈਕਸ ਠੋਕਦੇ ਆ। ਸਾਡੇ ਤੇ ਜਜੀਏ ਲਾਏ ਆ, ਜਜੀਏ ਲਾ ਕੇ ਸਾਡੇ ਕੋਲ ਟੈਕਸ ਲਿੱਤੇ ਆ। ਉਹਨਾਂ ਟੈਕਸਾਂ ਦਾ ਇਹਨਾਂ ਨੇ ਬਰਬਾਦੀ ਕੀਤੀ ਹੈ। ਮੇਰਾ ਇੱਕ ਸਵਾਲ ਹੈ ਕਿ ਮੈਨੂੰ ਤਾਂ ਇਹ ਵੀ ਲੱਗਦਾ ਕਿ ਅਗਰ ਜਿਹੜੇ ਐਮਐਲਏ ਬਣ ਜਾਂਦੇ ਜਾਂ ਕਾਰਪੋਰੇਸ਼ਨ ਅਧਿਕਾਰੀ ਨੇ, ਜੇ ਅਗਰ ਉਹਨਾਂ ਦੀ ਜੇਬਾਂ 'ਚ ਪੈਸੇ ਲੈ ਕੇ ਬੱਸਾਂ ਖਰੀਦੀਆਂ ਜਾਣ ਤਾਂ ਇਸ ਤਰ੍ਹਾਂ ਦੀ ਹਾਲਤ ਨਾ ਹੋਵੇ। ਬੇਸ਼ੱਕ ਇਦਾਂ ਹੀ ਹੋਣਾ ਚਾਹੀਦਾ ਵਾ। ਮੈਂ ਤਾਂ ਕਹਿੰਦਾ ਸਰਕਾਰ ਨੂੰ ਜਵਾਬਦੇਹੀ ਹੋਣਾ ਚਾਹੀਦਾ। ਜਿਹੜਾ ਅਫਸਰ ਦੀ ਡਿਊਟੀ ਹੋਵੇ, ਤੁਹਾਨੂੰ ਪਤਾ ਹੈ ਡਾਇਰੈਕਟਰ ਆਏ ਸੀ, ਇੱਕ ਮਿਊਨਿਸਪਲ ਕਾਰਪੋਰੇਸ਼ਨ, ਇੱਕ ਡਿਪਟੀ ਕਮਿਸ਼ਨਰ ਸਾਹਿਬ। ਇਸ ਨੂੰ ਚਲਾਉਣ ਦੇ ਲਈ 2 ਡਾਇਰੈਕਟਰ ਵੀ ਬਣਾਏ ਗਏ ਸੀਗੇ। ਕਾਰਪੋਰੇਸ਼ਨ ਦੇ ਇੱਕ ਜਿਹੜੇ ਨਗਰ ਨਿਗਮ ਦੇ ਜਿਹੜੇ ਆ ਡਿਪਟੀ ਕਮਿਸ਼ਨਰ ਤੇ ਆਪਣੇ ਜਿਹੜੇ ਡਿਪਟੀ ਕਮਿਸ਼ਨਰ, ਉਹਨਾਂ ਦੋਨੋਂ ਡਾਇਰੈਕਟਰ ਬਣਾਇਆ ਸੀ ਕਿ ਇਹਨਾਂ ਬੱਸਾਂ ਨੂੰ ਚਲਾਇਆ ਜਾਵੇ। ਪਰ ਹਾਲਾਤ, ਤਸਵੀਰਾਂ ਜੋ ਬਾਇਆ ਕਰਦੀਆਂ ਪਈਆਂ ਕਿਸ ਤਰ੍ਹਾਂ ਦੇ ਹਾਲਾਤ ਨੇ, ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਦੇ ਅੱਗੇ। ਤੁਸੀਂ ਦੇਖ ਸਕਦੇ ਹੋ ਡਰਾਈਵਿੰਗ ਸੀਟ ਤੇ ਜੋ ਸਟੀਅਰਿੰਗ ਆ, ਉਸ ਦੇ ਉੱਤੇ ਜੋ ਬਟਨ ਨੇ ਬੱਸ ਨੂੰ ਚਲਾਉਣ ਦੇ ਲਈ, ਕਿਸ ਤਰ੍ਹਾਂ ਕੰਡਮ ਹਾਲਤ ਦੇ ਵਿੱਚ ਨੇ। ਸੋ ਇੱਕ ਖਸਤਾ ਹਾਲਤ, ਜਨਤਾ ਦਾ ਪੈਸਾ ਕਿਸ ਤਰ੍ਹਾਂ ਬਰਬਾਦ ਕੀਤਾ ਜਾ ਰਿਹਾ। ਅਸੀਂ ਬਾਹਰ ਚੱਲਦੇ ਹਾਂ, ਹੋਰ ਵੀ ਤਸਵੀਰਾਂ ਅਸੀਂ ਨਾਲ ਦੀ ਨਾਲ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਇਹ ਇੱਕ ਬੱਸ ਦੀ ਹਾਲਤ ਨਹੀਂ, ਜਿੰਨੀਆਂ ਹੀ ਬੱਸਾਂ ਇੱਥੇ ਖੜੀਆਂ ਨੇ ਸਾਰੀਆਂ ਹੀ ਕੰਡਮ ਹਾਲਤ ਦੇ ਵਿੱਚ ਇੱਥੇ ਬੱਸਾਂ ਖੜੀਆਂ ਨੇ। 10 ਤੋਂ 12 ਬੱਸਾਂ ਜਿਹੜੀਆਂ ਵਾ ਹੁਣ ਜਿਸ ਕੰਪਨੀ ਨੂੰ ਠੇਕਾ ਦਿੱਤਾ ਗਿਆ ਵਾ ਉਹ ਚਲਾ ਰਹੀਆਂ ਨੇ, ਪਰ ਹਾਲਾਤ ਇਸ ਦੇ ਖਰਾਬ ਨੇ। ਸੋ ਇਹ ਕੋਵਿਡ ਨੂੰ ਲੈ ਕੇ ਇੱਕ ਬੱਸ ਬਣਾਈ ਗਈ ਸੀ, ਕਰੋਨਾ ਟੈਸਟਿੰਗ ਮੋਬਾਈਲ ਵੈਨ, ਇੱਕ ਪ੍ਰਾਈਵੇਟ ਸੰਸਥਾ ਵੱਲੋਂ ਇਹ ਬੱਸ ਬਣਾਈ ਗਈ ਸੀਗੀ।
ਅੱਜ ਵੀ ਦੱਸਿਆ ਜਾ ਰਿਹਾ ਕਿ ਇਸ ਦਾ ਵੀ ਜਿਹੜਾ ਡੀਜ਼ਲ ਦਾ ਬਿੱਲ ਬਕਾਇਆ ਪਿਆ ਵਾ, ਲੱਖਾਂ ਰੁਪਏ ਦਾ ਬਿੱਲ ਦਾ ਬਕਾਇਆ ਪਿਆ ਜੀ। ਇੱਕ ਵਾਰ ਤਸਵੀਰ ਦਿਖਾ ਦਿੰਦੇ ਆ, ਸਿਟੀ ਬੱਸ ਜਿਹੜੀ ਤਿਆਰ ਕੀਤੀ ਗਈ ਸੀਗੀ, ਕੋਈ ਪ੍ਰਾਈਵੇਟ ਕੰਪਨੀ ਵੱਲੋਂ ਇਹ ਬੱਸ ਤਿਆਰ ਕਰਾਈ ਗਈ ਸੀਗੀ, ਪਰ ਕਾਰਪੋਰੇਸ਼ਨ ਨੇ ਅੱਜ ਵੀ ਉਸ ਪ੍ਰਾਈਵੇਟ ਕੰਪਨੀ ਨੂੰ 20 ਲੱਖ ਰੁਪਏ ਦੇ ਕਰੀਬ ਜਿਹੜਾ ਉਹ ਕਹਿੰਦੇ ਕਿ ਡੀਜ਼ਲ ਦਾ ਖਰਚਾ ਜਿਹੜਾ ਬਕਾਇਆ ਪਿਆ ਵਾ। ਇਹ ਜਿੱਦਾਂ ਵੀ ਜਦੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਏਗਾ ਪ੍ਰਸੰਨਾ ਟਰਾਂਸਪੋਰਟ ਕੰਪਨੀ ਨੂੰ ਇਹ ਬੱਸਾਂ ਦਿੱਤੀਆਂ ਸੀ, ਉਹਨਾਂ ਦਾ ਵੀ 2 ਕਰੋੜ ਰੁਪਏ ਬਕਾਇਆ ਹੈ। ਇਹਨਾਂ ਨੇ ਹੁਣ ਕਰੋਨਾ ਟੈਸਟਿੰਗ ਮੋਬਾਈਲ ਕਲੀਨਿਕ ਮੋਬਾਈਲ ਚਲਾਈ, ਉਸ ਦੇ ਬਾਵਜੂਦ ਇਹਨਾਂ ਦਾ ਜੋ ਬਕਾਇਆ ਵਾ ਉਹ ਵੀ ਸਰਕਾਰ ਨੇ ਨਹੀਂ ਦਿੱਤਾ। ਸਰਕਾਰ ਤੇ ਵਿਸ਼ਵਾਸ ਕੌਣ ਕਰੇ, ਕਾਰਪੋਰੇਸ਼ਨ ਤੇ ਕੌਣ ਵਿਸ਼ਵਾਸ ਕਰੇ? ਮੈਂ ਜਿਹੜੇ 2 ਡਾਇਰੈਕਟਰ ਬਣਾਏ ਗਏ ਸੀ ਉਹਨਾਂ ਦੀ ਜਵਾਬਦੇਹੀ ਬਣਦੀ ਹੈ। ਮੈਂ ਤੁਹਾਡੇ ਮਾਧਿਅਮ ਤੋਂ ਮੇਅਰ ਸਾਹਿਬ ਨੂੰ, ਸਾਡੇ ਮੰਤਰੀ ਜੀ ਨੂੰ ਅਤੇ ਡਿਪਟੀ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਦੇ ਜੋ ਕਮਿਸ਼ਨਰ ਸਾਹਿਬ ਨੇ, ਉਹਨਾਂ ਕੋਲ ਮੈਂ ਜਵਾਬਦੇਹੀ ਮੰਗਦਾ ਮੈਂ ਕਿ ਤੁਸੀਂ ਇਸ ਤੇ ਜ਼ਰੂਰ ਜਵਾਬ ਦਿਓ। ਕੀਮਤੀ ਰਾਵਲ ਜੀ, ਕੀ ਲੱਗਦਾ ਕਿਉਂ ਨਹੀਂ ਬੱਸਾਂ ਚਲਾਈਆਂ ਜਾਂਦੀਆਂ? ਕੀ ਕਾਰਨ ਕੀ ਸਮਝਦੇ ਹੋ ਕਿ ਬੱਸਾਂ ਕਿਉਂ ਨਹੀਂ ਚਲਾਈਆਂ ਜਾਂਦੀਆਂ? ਜਨਤਾ ਦੀ ਸੁਵਿਧਾ ਲਈ ਬੱਸਾਂ ਖਰੀਦੀਆਂ ਗਈਆਂ, 65 ਕਰੋੜ ਰੁਪਏ ਲਾਗਤ ਲਾਤੀ ਤੇ, ਪਰ ਅੱਜ ਕੰਡਮ ਹੋ ਰਹੀਆਂ, ਕਿਉਂ ਨਹੀਂ ਚਲਾਉਂਦੇ ਪਏ? ਉਦੋਂ ਉਹਨਾਂ ਨੇ ਕਿਹਾ ਸੀ ਕਿ ਸਾਡੀਆਂ ਇਹ ਬੱਸਾਂ ਘਾਟੇ ਤੇ ਗਈਆਂ। ਹਾਂ, ਅੱਜ ਤਾਂ ਪੈਟਰੋਲ ਡੀਜ਼ਲ ਮਹਿੰਗਾ ਹੈ, ਹਾਂ। ਅੱਜ ਤਾਂ ਹੋਰ ਘਾਟੇ, ਜਿਹੜੇ 10 ਬੱਸਾਂ 12 ਬੱਸਾਂ ਚੱਲ ਰਹੀਆਂ ਤੇ ਖਰੀਦੀਆਂ ਕਿਉਂ? ਖਰੀਦ ਲੈਂਦੇ 10 ਬੱਸਾਂ ਖਰੀਦ ਲੈਂਦੇ। ਜੇ ਲੱਗਦਾ ਸੀ ਕਿ ਬੱਸਾਂ ਘੱਟ ਜਾਂਦੀ, ਕਾਰਪੋਰੇਸ਼ਨ ਕੋਈ ਪੁਰਾਣੀ ਨਵੀਂ ਥੋੜੀ ਹੈਗੀ ਆ, ਸਰਕਾਰ ਕੋਈ ਨਵੀਂ ਥੋੜੀ ਹੈਗੀ ਆ, ਐਕਸਪੈਰੀਮੈਂਟ ਸਰਕਾਰਾਂ ਕਰਦੀਆਂ ਨੇ, ਪਰ ਇੰਨੀਆਂ ਬੱਸਾਂ ਖਰੀਦ ਲੀਆਂ, ਜਨਤਾ ਦਾ ਪੈਸਾ ਬਰਬਾਦ ਕਰਤਾ। ਵਿਕਾਸ ਦਾ ਫੋਬੀਆ, ਹਾਂ, ਜਦੋਂ ਇਲੈਕਸ਼ਨ ਨੇੜੇ ਆਂਦਾ ਹੈ ਹਾਂ। ਵਿਕਾਸ ਦਾ ਫੋਬੀਆ ਹੋ ਜਾਂਦਾ ਹੈ ਹਾਂ। ਕਿ ਅਸੀਂ ਲੋਕਾਂ ਨੂੰ ਦਿਖਾਣਾ ਹੈ। ਤੁਸੀਂ ਦੇਖੋ ਜਦੋਂ ਇਹ ਬੱਸਾਂ ਚਲਾਈਆਂ ਗਈਆਂ ਸੀਗੀਆਂ, ਸੁਖਬੀਰ ਬਾਦਲ ਜੀ ਆਪ ਆਏ ਸੀ, ਠੀਕ ਹੈ। ਉਸ ਤੋਂ ਬਾਅਦ ਹਾਂ, ਕਾਂਗਰਸ ਨੇ ਇੱਥੇ ਸਿਆਸਤ ਕੀਤੀ, ਇੰਨਾ ਦਿਖਾਵਾ ਕੀਤਾ ਕਿ ਲੋਕਾਂ ਦੀ ਸੁਵਿਧਾਵਾਂ ਨੂੰ, ਲੋਕਾਂ ਦੀ ਸੁੱਖ ਸੁਵਿਧਾਵਾਂ ਲਈ ਅਸੀਂ ਬੱਸਾਂ ਚਲਾਤੀਆਂ। ਸਾਰਿਆਂ ਨੂੰ ਕਹਿਤਾ ਦੇਖੋ ਜੀ ਤੁਹਾਨੂੰ 5 ਰੁਪਏ ਟਿਕਟ ਰੱਖੀ, ਤੁਹਾਨੂੰ ਯਾਦ ਹੋਏਗਾ 5 ਰੁਪਏ ਟਿਕਟ ਰੱਖੀ। ਉਸ ਤੋਂ ਬਾਅਦ ਟਿਕਟ 10 ਰੁਪਏ ਕਰਤੀ। ਉਸ ਤੋਂ ਬਾਅਦ ਇਹਨਾਂ ਨੇ ਫਿਰ ਕਹਿੰਦੇ ਸਾਡੇ ਘਾਟੇ 'ਚ ਹੈ। ਅੱਜ ਤਾਂ ਮਹਿਲਾਵਾਂ ਨੂੰ ਬੱਸਾਂ ਸਫ਼ਰ ਫ੍ਰੀ ਹੈ। ਅੱਜ ਤੁਸੀਂ ਕਿੱਦਾਂ ਚਲਾ ਲਓਗੇ? ਜਿਹੜੀਆਂ 10 ਬੱਸਾਂ ਚੱਲ ਰਹੀਆਂ ਉਹ ਵੀ ਤਾਂ ਘਾਟੇ ਜਾਣਗੀਆਂ। ਤੁਹਾਡੀ ਪੰਜਾਬ ਰੋਡਵੇਜ਼ ਘਾਟੇ 'ਚ ਹੈ। 7000 ਰੂਟ ਹੈ, 3000 ਪਰਮਿਟ ਹੈ। ਸਭ ਮਾਫੀਆ, ਇਹ ਮਾਫੀਆ। ਇੱਕ ਵਾਰੀ ਬੱਸਾਂ ਦਿਖਾ ਦਿੰਦੇ ਆ। ਇਹ ਲੱਗਦਾ ਨਹੀਂ ਕਿ ਐਕਸੀਡੈਂਟ ਬੱਸ ਆ? ਦੇਖੋ ਵਾਈਪਰ ਇਸ ਦੇ ਕਿੱਥੇ ਆ, ਦੇਖੋ ਜੀ ਹਾਲ ਬੱਸਾਂ ਦਾ। ਸੋ ਇਹ ਲੱਗਦਾ ਨਹੀਂ ਕਿ ਐਕਸੀਡੈਂਟ ਬੱਸ ਆ? ਬੂਟੇ ਹੋ ਗਏ ਜੀ, ਦੱਸੋ ਬੱਸਾਂ ਦੇ ਵਿੱਚ ਹੈ। ਤੇ ਆ ਰਿਮ ਦੇਖ ਲਓ ਜੀ, ਟਾਇਰ ਤਾਂ ਹੈ ਹੀ ਨਹੀਂ ਇਹਨਾਂ ਦੇ ਵਿੱਚ। ਕਿੱਥੇ ਗਿਆ ਸਮਾਨ? ਸਵਾਲ ਆ ਵੱਡਾ, ਕਿੱਥੇ ਸਮਾਨ ਆ? ਕਾਰਪੋਰੇਸ਼ਨ ਨੇ ਖੁੱਲੀਆਂ ਬੱਸਾਂ ਛੱਡੀਆਂ, ਮੈਨੂੰ ਲੱਗਦਾ ਕੋਈ ਵੀ ਅੰਦਰ ਆਵੇ ਸਮਾਨ ਲੈ ਜਾਵੇ ਆ ਕੇ। ਆਹ ਦੇਖੋ ਸਾਰਾ ਚੋਰੀ, ਮੈਨੂੰ ਤਾਂ ਲੱਗਦਾ ਸਾਰਾ ਚੋਰੀ ਹੋ ਗਿਆ। ਉਹ ਦੇਖੋ, ਦੇਖੋ ਸਾਰਾ ਕੁਝ ਇਹ ਸਭ ਚੋਰੀ ਹੋ ਗਿਆ। ਤੁਸੀਂ ਦੇਖੋ ਕਿ ਕਈ ਅੰਦਰ ਚੱਲ ਜਾਣ ਤੇ ਅੰਦਰਲੀ ਤਸਵੀਰਾਂ ਤੁਹਾਨੂੰ ਦਿਖਾਣ। ਖੁੱਲੀ ਆ ਸਾਰਾ। ਆ ਜੋ ਕੀਮਤੀ ਜੇ ਆਪਾਂ ਅੰਦਰ ਜਾ ਕੇ ਤਸਵੀਰਾਂ ਦਿਖਾਣੇ ਨਾਲ। ਸੋ ਜਨਤਾ ਦਾ ਪੈਸਾ ਕਿਸ ਤਰ੍ਹਾਂ ਬਰਬਾਦ ਕਰਦੀ ਹੈ ਕਾਰਪੋਰੇਸ਼ਨ, ਸਰਕਾਰਾਂ। ਇਹ ਤਸਵੀਰਾਂ ਸਿੱਧੇ ਤੌਰ ਤੇ ਅਸੀਂ ਦਿਖਾ ਰਹੇ ਹਾਂ। ਇੱਕ ਟੈਕਸ ਇੱਕ ਘਰ ਚੋਂ ਲਿੱਤਾ ਜਾਂਦਾ ਵਾ। ਅਗਰ ਕੋਈ ਨਾ ਦੇਵੇ ਤਾਂ ਉਸ ਤੇ ਜੁਰਮਾਨੇ ਲਗਾ ਦਿੱਤੇ ਜਾਂਦੇ ਨੇ। ਇਹਨਾਂ ਤੇ ਜੁਰਮਾਨਾ ਕੌਣ ਲਗਾਊਗਾ ਜੀ? ਸਰਕਾਰਾਂ ਚਲਾਉਣ ਵਾਲੇ, ਕਾਰਪੋਰੇਸ਼ਨ ਚਲਾਉਣ ਵਾਲੇ, ਇਹਨਾਂ ਤੇ ਜੁਰਮਾਨਾ ਕੌਣ ਲਾਊਗਾ? ਅੱਜ ਹਾਲਾਤ ਦੇਖ ਲਓ। ਮੇਅਰ ਸਾਹਿਬ ਕਹਿੰਦੇ ਅਸੀਂ ਰਿਕਵਰੀ ਕਰਨੀ ਹੈ। ਰਿਕਵਰੀ ਦੇ ਨਾਂ ਤੇ ਲੋਕਾਂ ਨੂੰ ਉਹਨਾਂ ਦੇ ਪਾਣੀ ਦੇ ਸੀਵਰੇਜ ਦੇ ਕਨੈਕਸ਼ਨ ਕੱਟਤੇ। ਔਰ ਅੱਜ ਜਦੋਂ ਜਨਤਾ ਅੱਜ ਰਿਕਵਰੀ ਤੁਹਾਡੇ ਕੋਲ ਰਿਕਵਰੀ ਮੰਗਦੀ ਹੈ, ਇਹਦੇ ਤੇ ਅਸੀਂ ਵੀ ਰਿਕਵਰੀ ਮੰਗਦੇ ਹਾਂ ਕਿ ਤੁਸੀਂ ਜਿਹੜਾ ਸਾਡੇ ਟੈਕਸਾਂ ਦਾ ਪੈਸਾ ਖਰਾਬ ਕੀਤਾ, ਇਹਦੇ ਤੇ ਸਾਨੂੰ ਜਵਾਬ ਦਿਓ। ਤੁਹਾਡੇ ਤੇ ਕੋਈ ਜੁਰਮਾਨਾ ਲੱਗਣਾ ਚਾਹੀਦਾ ਵਾ। ਕਹਿੰਦੇ ਜਨਤਾ ਜਦੋਂ ਜਵਾਬ ਮੰਗਦੀ ਨਾ ਤਾਂ ਉਸ ਤੇ ਧੱਕਾ ਕਰਨ ਲੱਗ ਜਾਂਦੀ ਸਰਕਾਰਾਂ। ਫਿਰ ਤੁਸੀਂ ਉਹਨੂੰ ਕਹਿੰਦੇ ਇਹ ਤਾਂ ਆਤੰਕਵਾਦੀ ਹੈ। ਇਹ ਤਾਂ ਜਦੋਂ ਕਿਸੇ ਸਰਕਾਰ ਨੂੰ ਫਿਰ ਕਹਿੰਦੇ ਕਿ ਰਾਜਨੀਤੀ ਦੇ ਨਾਲ ਸੰਬੰਧ ਰੱਖਦਾ ਬੰਦਾ, ਇਸ ਕਰਕੇ ਬਿਆਨਬਾਜ਼ੀ ਕਰ ਰਿਹਾ ਵਾ। ਬੇਸ਼ੱਕ ਇਹਨਾਂ ਨੇ ਇਹ ਗੱਲਾਂ ਕਰਨੀਆਂ ਹੁੰਦੀਆਂ ਕਿਉਂਕਿ ਇਹਨਾਂ ਨੇ ਨਾ ਗੱਲ ਨੂੰ ਉਲਝਾਣਾ ਹੁੰਦਾ, ਆਪਣੀ ਜਿਹੜੀਆਂ ਗਲਤੀਆਂ ਛੁਪਾਣੀਆਂ ਹੁੰਦੀਆਂ। ਅੱਜ ਇਹ ਐਡਾ ਵੱਡਾ, ਐਡੀ ਵੱਡੀ ਇਹਨਾਂ ਦੀ ਨਾਕਾਮੀ ਹੈ। ਜੋ ਜਨਤਾ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਸੀ। ਤਸਵੀਰ ਦਿਖਾ ਦੇਣਾ। ਆ ਦੇਖੋ ਜੰਗਾਲ ਕਿਸ ਤਰ੍ਹਾਂ ਲੱਗਾ ਸੀਟਾਂ ਥੱਲੇ। ਇਹ ਮੈਨੂੰ ਲੱਗਦਾ ਚੱਲੀ ਨਹੀਂ ਬੱਸ, ਤੇ ਖੜੀ ਖੜੀ ਨੂੰ ਜੰਗਾਲ ਲੱਗ ਗਿਆ ਜੀ। ਸੋ ਇਹ ਤਸਵੀਰ ਤੁਸੀਂ ਦੇਖ ਲਓ ਜੀ ਥੱਲੇ। ਉੱਥੇ ਦੇਖੋ ਸਾਰਾ ਜੰਗਾਲ ਖਾਦਾ ਗਿਆ। ਹਾਂ, ਇਹ ਜੰਗਾਲ ਲੱਗ ਗਿਆ ਬੱਸਾਂ ਨੂੰ, ਖੜੀਆਂ ਖੜੀਆਂ ਬੱਸਾਂ ਨੂੰ ਜੰਗਾਲ ਲਾ ਕੇ ਚਲਾਈਆਂ ਨਹੀਂ। ਆ ਸ਼ੀਸ਼ੇ ਦੇਖੋ, ਸ਼ੀਸ਼ੇ ਵੀ ਗੈਪ ਹੋ ਗਏ। ਇਹਦੇ ਜ਼ਿੰਮੇਵਾਰ ਕੌਣ ਹੈ? ਤੁਸੀਂ, ਮੈਂ ਤੁਹਾਡੇ ਮਾਧਿਅਮ ਤੋਂ ਪੁੱਛਦਾ ਵਾਂ, ਇਹਦੇ ਜ਼ਿੰਮੇਵਾਰ ਮਿਊਨਿਸਪਲ ਕਮਿਸ਼ਨਰ ਨੇ, ਡਿਪਟੀ ਕਮਿਸ਼ਨਰ ਨੇ, ਮੇਅਰ ਸਾਹਿਬ ਨੇ, ਜਾਂ ਭਾਰਤ ਭੂਸ਼ਣ ਆਸ਼ੂ ਜੀ ਸਾਡੇ ਸ਼ਹਿਰ ਦੇ ਮੰਤਰੀ ਨੇ, ਜਿਹੜੇ ਅੱਜ ਜਾਂ ਸਾਡੀ ਸਰਕਾਰ ਹੈ ਜਿਹੜੀ ਕਹਿੰਦੇ ਕਿ ਅਸੀਂ 85% ਵਾਅਦੇ ਪੂਰੇ ਕਰਤੇ।
ਹਾਂ ਬਿਲਕੁਲ, ਇਹ ਵਾਅਦਾ ਵੱਡਾ ਵਾ ਕਿ ਸਰਕਾਰ ਕਹਿ ਰਹੀ ਸੀ ਵੱਡੇ ਵੱਡੇ ਬੋਰਡ ਲਾਤੇ ਸੀ, 85% ਵਾਅਦੇ ਪੂਰੇ ਕਰਤੇ ਆ ਜੀ। ਇਹ ਕਿਹੜੇ ਵਾਅਦੇ ਨੇ? ਅਕਾਲੀਆਂ ਕੋਲੋਂ ਬੱਸਾਂ ਲੈ ਲਈਆਂ, ਅਕਾਲੀਆਂ ਦੀ ਸਰਕਾਰ 'ਚ ਬੱਸਾਂ ਆਈਆਂ, ਕਾਂਗਰਸੀਆਂ ਨੇ ਉਦੋਂ ਪੂਜਾ ਪਾਠ ਕਰ ਦਿੱਤੇ। ਅੱਜ ਸਰਕਾਰ ਕਾਂਗਰਸੀ ਆ ਤੇ ਅਕਾਲੀ ਆ ਕੇ ਇਸ ਨੂੰ ਪੂਜਾ ਪਾਠ ਕਰ ਰਹੇ ਨੇ, ਪਰ ਬੱਸਾਂ ਨਹੀਂ ਚੱਲਦੀਆਂ ਪਈਆਂ। ਲੋਕਾਂ ਦੀ ਸੁਵਿਧਾ, ਲੋਕ ਅੱਜ ਵੀ ਸੜਕਾਂ 'ਤੇ ਧੱਕੇ ਖਾ ਰਹੇ ਨੇ, ਪੈਦਲ ਜਾਣ ਨੂੰ ਮਜਬੂਰ ਆ, ਆਟੋ 'ਚ ਮਹਿੰਗੇ ਮਹਿੰਗੇ ਪੈਸੇ ਖਰਚਣ ਨੂੰ ਮਜਬੂਰ ਆ। ਤੁਸੀਂ ਦੇਖੋ, ਜਦੋਂ ਕੋਈ ਬੰਦਾ ਕੰਮ ਤੋਂ ਉਹਨੇ ਦੁਗਰੀ ਜਾਣਾ, ਘੰਟਾ ਘਰ ਤੋਂ ਦੁਗਰੀ ਜਾਣਾ, ਉਹ ਕੀ ਕਰੇਗਾ? ਉਹਨੇ 2 ਜਗ੍ਹਾ ਉਹਨੇ ਆਟੋ ਬਦਲਣਾ। ਘੰਟਾ ਘਰ ਤੋਂ ਉਹਨੇ ਹੰਬੜਾ ਰੋਡ ਆਣਾ, ਉਹਨੇ ਫਿਰ ਵੀ 2 ਜਗ੍ਹਾ ਆਟੋ ਬਦਲਣਾ। ਤੇ ਇੱਕ ਬੰਦਾ ਜਦੋਂ ਕੋਈ ਘਰੋਂ ਨਿਕਲਦਾ, ਉਹਨੂੰ ਪਬਲਿਕ ਟਰਾਂਸਪੋਰਟ, ਹਰ ਸਮਾਰਟ ਸਿਟੀ ਕਹਿੰਦੇ ਸੀ ਸਾਡੀ ਸਮਾਰਟ ਸਿਟੀ ਹੈ, ਸਮਾਰਟ ਸਿਟੀ ਦੇ ਅੰਦਰ ਪਬਲਿਕ ਟਰਾਂਸਪੋਰਟ ਤਾਂ ਹੋਣੀ ਚਾਹੀਦੀ ਹੈ। ਪਬਲਿਕ ਟਰਾਂਸਪੋਰਟ ਤੁਹਾਡੀ ਫੇਲ ਹੈ। ਅੱਜ ਸਰਕਾਰ ਪਤਾ ਕਹਿੰਦੀ ਹੈ, ਕਹਿੰਦੀ ਕਿ ਇਹਨੂੰ ਚਲਾਉਣ ਦੇ ਲਈ 5 ਲੱਖ ਰੁਪਏ ਖਰਚ ਦੁਬਾਰਾ ਕਰਨਾ ਪੈਣਾ ਸਾਨੂੰ। ਹਾਂ, ਇੱਕ ਵਾਸਤੇ ਇਹਨਾਂ ਨੇ ਕਹਿੰਦੇ 5 ਲੱਖ ਰੁਪਏ ਦੀ ਰਿਪੇਅਰ ਤੇ ਖਰਚਾ ਕਰ ਰਹੇ। ਉਹ ਫਿਰ ਪੈਸਾ ਕਿੱਥੋਂ ਆਊਗਾ? ਮੈਨੂੰ ਕਹਿੰਦੇ ਕਿ ਘਾਟੇ ਚੱਲਦੇ ਪਏ ਅਸੀਂ, ਸਰਕਾਰ ਕਹਿੰਦੀ ਘਾਟੇ 'ਚ ਪੈਸੇ ਨਹੀਂ ਹੈਗੇ ਸਾਡੇ ਕੋਲ। ਸਰਕਾਰ ਬੇਸ਼ੱਕ ਘਾਟੇ 'ਚ ਹੈ, ਲੇਕਿਨ ਇਹਨਾਂ ਕੋ ਪੈਸਾ ਘਾਟੇ 'ਚ ਵੀ ਦੇਈ ਜਾਂਦੇ ਆ। ਇਹਨਾਂ ਮਤਲਬ ਬੈਂਕਾਂ ਲੋਨ ਲੈ ਕੇ ਦੇ ਰਹੇ ਆ, ਘਾਟੇ 'ਚ ਨਹੀਂ, ਇਹ ਕਮਿਸ਼ਨ ਖੋਰੀ। ਕਿ ਜ਼ਿੰਮੇਵਾਰ ਅਫਸਰਾਂ ਤੇ ਇਹ ਜਾਂਚ ਹੋਣੀ ਚਾਹੀਦੀ, ਉਹਨਾਂ ਤੋਂ ਪੈਸੇ ਵਸੂਲਣੇ ਚਾਹੀਦੇ। ਬੇਸ਼ੱਕ ਉਹਨਾਂ ਤੇ FIR ਹੋਣੀ ਚਾਹੀਦੀ ਹੈ। ਇਹ ਕਮਿਸ਼ਨ ਖੋਰੀ ਹੈ। ਮੇਰਾ ਸਿੱਧਾ ਇਲਜ਼ਾਮ ਹੈ। ਬੇਸ਼ੱਕ ਤੁਸੀਂ ਮੇਰੇ ਤੇ ਜਿਹੜੀ ਵੀ ਕਾਰਵਾਈ ਕਰਨੀ ਕਰ ਲਓ, ਮੈਂ ਤੁਹਾਨੂੰ ਤੇ ਇਹ ਇਲਜ਼ਾਮ ਲਾਣਾ ਵਾ, ਇਹ ਸੱਚ ਬੋਲਣ ਦਾ ਮੁੱਲ ਮਿਲਣਾ। ਯੈਸ, ਇਹ ਸੱਚ ਬੋਲਦਾ ਵਾ। ਇਹ ਕਮਿਸ਼ਨ ਖੋਰੀ ਹੈ। ਜੋ ਵੀ ਤੁਸੀਂ, ਜਦੋਂ ਵੀ ਕੋਈ ਤੁਸੀਂ ਕੰਮ ਕਰਦੇ ਹੋ, ਉਹਦੇ 'ਚ ਕਮਿਸ਼ਨ ਦਾ ਹਿੱਸਾ ਵਿੱਚ ਜ਼ਰੂਰ ਰੱਖਦੇ ਹੋ। ਅੱਜ ਵੀ ਜਦੋਂ ਅਸੀਂ ਅੰਦਰ ਵੜੇ ਨਾ, ਤੇ ਜਿਹੜੇ ਇੱਥੇ ਬੈਠੇ ਸੀ ਅਧਿਕਾਰੀ, ਉਹ ਵੀ ਭੱਜ ਗਏ ਨੇ ਇੱਥੇ। ਹਾਂ, ਭੱਜ ਜਾਣਗੇ, ਕਿਉਂਕਿ ਦੇਖੋ ਐ ਭੱਜ ਗਏ ਕਿ ਜਿਵੇਂ ਬੱਸਾਂ ਖੁੱਲੀਆਂ, ਲੈ ਜਾਓ ਜੋ ਲੈ ਕੇ ਜਾਣਾ ਜੀ। ਕੋਈ ਇੱਥੇ ਵਾਲੀ ਵਾਰਸ ਨਹੀਂ। ਸਰਕਾਰ ਨੂੰ ਕੋਈ ਤੁਹਾਡੇ ਟੈਕਸਾਂ ਦੇ ਪੈਸੇ ਦੀ ਕੋਈ ਵੈਲਿਊ ਨਹੀਂ। ਉਹਨਾਂ ਨੂੰ ਆਪਣੀਆਂ ਸੁੱਖ ਸੁਵਿਧਾਵਾਂ ਨਾਲ ਮਤਲਬ ਹੈ। ਉਹਨਾਂ ਨੂੰ ਤੁਸੀਂ ਹਰ ਸਹੂਲਤ ਤੁਹਾਡੇ ਵਿਧਾਨ ਸਭਾ ਦੇ MLA ਨੂੰ ਦਿੱਤੀ ਹੈ, ਹਰ ਸਹੂਲਤ। ਬਿਲਕੁਲ, ਕਿਉਂਕਿ ਸਹੂਲਤ MLA ਨੂੰ ਚਾਹੀਦੀ ਹੈ, ਲੋਕਾਂ ਨੂੰ ਨਹੀਂ ਚਾਹੀਦੀ। ਆਹ ਦੇਖੋ ਤਸਵੀਰਾਂ ਅਸੀਂ ਦਿਖਾਉਂਦੇ ਹਾਂ, ਬਾਹਰ ਆ ਜਾਂਦੇ ਅਸੀਂ, ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾਣ। ਸੋ ਹਾਲਾਤ ਦੇਖ ਰਹੇ ਹੋ ਤੁਸੀਂ ਕਿਸ ਤਰ੍ਹਾਂ ਦੇ। ਆ ਵੀ ਕਾਰਪੋਰੇਸ਼ਨ ਦਾ ਟਰੱਕ ਆ, ਆਹ ਦੇਖ ਲਓ, ਆ ਟਾਇਰ ਦਿਖਾਣ ਜਿਹੜੇ ਕੈਮਰਾਮੈਨ। ਸੋ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕੰਡਮ ਹੋ ਗਏ ਨੇ, ਪੇ ਆ ਟਾਇਰ ਦੀ ਹਾਲਤ, ਔਰ ਗੱਡੀਆਂ ਦੀ ਹਾਲਤ ਖਰਾਬ ਹੋ ਗਈ ਹੈ। ਦੀ ਹਾਲਤ ਦੇਖੋ, ਪਏ ਆ ਕੀਮਤੀ ਰਾਵਲ ਜੀ, ਇੱਕ ਤਸਵੀਰ ਆਪਾਂ ਹੋਰ ਦਿਖਾ ਦਈਏ, ਕੈਮਰਾਮੈਨ ਨੂੰ ਬਾਹਰ ਆਉਂਦੇ ਤਸਵੀਰ ਦਿਖਾ ਦਿੰਦੇ ਆ। ਮੈਨੂੰ ਲੱਗਦਾ ਕਿ ਇੱਥੋਂ ਅਗਰ ਕੋਈ ਸਮਾਨ ਲੈ ਕੇ ਜਾਣਾ ਵਾ ਤੇ ਕੰਧ ਤੋਂ ਆਸਾਨੀ ਨਾਲ ਟੱਪ ਕੇ ਅੰਦਰ ਆ ਕੇ, ਸਮਾਨ ਤਾਂ ਬਹੁਤ ਸਾਰਾ ਚੋਰੀ ਹੋ ਗਿਆ ਹੋਇਆ। ਬਹੁਤ ਚੋਰੀ ਹੋ ਗਿਆ ਜੀ ਸਮਾਨ। ਤਾਂ ਤੁਸੀਂ ਦੇਖੋ, ਸਾਡੇ ਜਿਹੜੇ ਨਸ਼ੇੜੀ ਹੈ, ਆ ਕੈਮਰੇ ਦੀ ਤਾਰਾਂ ਮੈਨੂੰ ਲੱਗਦਾ ਕੋਈ ਵੀ ਕੱਟੇ, ਕਹਿੰਦਾ ਕੈਮਰੇ ਬੰਦ ਕਰ ਦੋ ਤੇ ਸਮਾਨ ਲਓ। ਕੈਮਰਾ ਵੀ ਦਿਖਾਉਂਦੇ, ਖੰਭੇ ਲਟਕਿਆ, ਉਹ ਸੁੱਟਿਆ ਹੋਇਆ ਕੈਮਰਾ ਦੇਖ ਲਓ। ਕੈਮਰਾ ਵੀ। ਸੋ ਅੱਗੇ ਚੱਲ ਕੇ ਕੈਮਰਾਮੈਨ ਤਸਵੀਰ ਦਿਖਾ ਦਿੰਦੇ ਨੇ। ਸੋ ਇਹ ਕਾਰਪੋਰੇਸ਼ਨ ਆ ਲੁਧਿਆਣਾ ਦੀ, ਸਭ ਤੋਂ ਵੱਡੀ ਕਾਰਪੋਰੇਸ਼ਨ ਆਪਣੇ ਆਪ ਨੂੰ ਮੰਨਦੀ ਹੈ, ਪਰ ਹਾਲਾਤ ਤੁਸੀਂ ਦੇਖ ਸਕਦੇ ਹੋ। ਜਨਤਾ ਦਾ ਪੈਸਾ ਬਰਬਾਦ ਕਿਸ ਤਰ੍ਹਾਂ ਕਰਦੀ ਪਈ ਹੈ ਕਾਰਪੋਰੇਸ਼ਨ, ਪੰਜਾਬ ਦੀ ਸਰਕਾਰ ਕਿਸ ਤਰ੍ਹਾਂ ਪੈਸੇ ਨੂੰ ਖਰਾਬ ਕਰਦੀ ਪਈ ਹੈ। ਸੋ ਇਹ ਕੈਮਰੇ ਤੁਸੀਂ ਦੇਖ ਸਕਦੇ ਹੋ। ਕਰੀਬ 6 ਫੁੱਟ ਦੀ ਕੰਧ ਹੈ, ਕੋਈ ਵੀ ਅੰਦਰ ਟੱਪ ਕੇ ਆ ਜਾ ਸਕਦਾ। ਕੈਮਰੇ ਤੋੜ ਦਿੱਤੇ ਗਏ ਨੇ ਇਸ ਦੇ, ਤਾਂ ਅੰਦਰੋਂ ਆ ਕੇ ਸਮਾਨ ਜੋ ਤੁਸੀਂ ਲੈਣਾ ਵਾ ਲੈ ਜਾ ਸਕਦੇ ਹੋ। ਸੋ ਇਹ ਜ਼ਿੰਮੇਵਾਰੀ ਕਾਰਪੋਰੇਸ਼ਨ ਦੀ ਆ, ਜ਼ਿੰਮੇਵਾਰੀ ਉਹਨਾਂ ਅਫਸਰਾਂ ਦੀ ਆ ਜਿਨ੍ਹਾਂ ਕੋਲ ਇਸ ਦੀ ਸੰਭਾਲ ਦਾ ਠੇਕਾ ਹੈਗਾ ਵਾ। ਸੋ ਇਹ ਹਾਲਾਤ ਤੁਹਾਨੂੰ ਦਿਖਾ ਰਹੇ ਆ, ਮਿੱਟੀ ਪੈ ਪੈ ਕੇ ਬੱਸਾਂ ਦੇ ਕਿਸ ਤਰ੍ਹਾਂ ਦੀ ਖਸਤਾ ਹਾਲਤ ਹੋ ਗਈ ਆ। ਆ ਬੱਸਾਂ ਚੱਲੀਆਂ ਨਹੀਂ ਹੋਈਆਂ, ਦੇਖੋ ਏਦਾਂ ਹੀ ਨਵੀਆਂ ਦੀ ਨਵੀਆਂ ਬੱਸਾਂ ਇੱਥੇ ਖੜੀਆਂ ਨੇ, ਔਰ ਅੱਜ ਇੱਥੇ ਮਿੱਟੀ ਨਾਲ ਬੱਸਾਂ ਭਰੀਆਂ ਹੋਈਆਂ ਨੇ। ਸੋ ਇਹਦੇ ਅੰਦਰ ਕੋਈ ਕਿਸੇ ਤਰ੍ਹਾਂ ਦੀ ਕੋਈ ਬੱਸ ਲੱਗਦਾ ਨਹੀਂ ਕਿ ਚੱਲੀ ਹੋਈ ਆ। ਸੋ ਇਸ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ। ਟਿੱਕਾ ਲਾ ਦਿੰਦੇ ਆ, ਪੱਖੇ ਗੈਪ ਆ, ਇੱਥੋਂ ਤੋਂ ਟਿੱਕਾ ਵੀ ਲਗਾ ਸਕਦੇ ਹੋ। ਲਓ, ਇਹ ਟਿੱਕਾ ਕਾਹਦਾ ਲਾਇਆ ਜੀ? ਇਹ ਤੁਹਾਡੇ ਧੂਲ ਮਿੱਟੀ ਦਾ, ਇਹਨਾਂ ਦੀ ਨਾਕਾਮੀ ਦਾ ਟਿੱਕਾ ਅਸੀਂ ਆਪਣੇ ਜਨਤਾ ਦੇ ਸਿਰ ਤੇ ਲਾ ਰਹੇ ਹਾਂ। ਇਹ ਜਨਤਾ ਦਾ ਹੀ ਪੈਸਾ ਵਾ, ਇਹ ਜਨਤਾ ਦੀ, ਇਹ ਸਰਕਾਰ ਦੀ ਨਾਕਾਮੀ ਦਾ ਪੈਸਾ ਮੇਰੇ ਅੱਜ ਜਨਤਾ ਦੇ ਮੱਥੇ ਤੇ ਲਾ ਰਹੇ ਆ। ਕਿਉਂ? ਇਹਨਾਂ ਦੀ ਜਵਾਬਦੇਹੀ ਤੈਅ ਨਹੀਂ ਕੀਤੀ ਗਈ। ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜਾ ਅਸੀਂ ਟੈਕਸ ਦਿੰਨੇ ਆ, ਉਸ ਟੈਕਸ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈ, ਉਹਦੇ ਗੁਣਾ ਘਟਾ ਕਰਕੇ। ਚਾਬੀਆਂ ਵੀ ਨਾਲ ਹੀ ਲੱਗੀਆਂ ਹੋਈਆਂ ਜੀ, ਗੱਡੀ ਦੀਆਂ ਚਾਬੀਆਂ ਨਾਲ ਲੱਗੀਆਂ ਹੋਈਆਂ। ਉਹਦਾ ਗੁਣਾ ਘਟਾ ਕਰਕੇ ਤੇ ਲੋਕਾਂ ਨੂੰ ਜਿਹੜੇ ਸਾਡੇ ਟੈਕਸਾਂ ਦੇ ਪੈਸੇ ਆ, ਉਹ ਵਾਪਸ ਸੁਵਿਧਾਵਾਂ 'ਚ ਚਾਹੀਦੇ ਸਾਨੂੰ ਵਾਪਸ। ਲੇਕਿਨ ਇਹਨਾਂ ਦਾ ਉਲਟਾ ਫੰਡਾ ਵਾ, ਸਾਡੇ ਟੈਕਸਾਂ ਦਾ ਪੈਸਾ ਇਹ ਆਪਣੇ ਘਰਾਂ 'ਚ ਲੈ ਜਾਂਦੇ ਆ, ਕਿਸੇ ਵੀ ਰੂਪ 'ਚ ਲੈ ਜਾਂਦੇ ਆ। ਮੈਂ ਤਾਂ ਬਿਲਕੁਲ ਕਹਾਂਗਾ, ਜਦੋਂ ਨੋਮੀਨੇਸ਼ਨ ਭਰਦੇ ਨਾ, ਤਾਂ ਕਹਿੰਦੇ ਨੇ ਕਿ ਪ੍ਰਾਪਰਟੀ ਡਬਲ ਹੋ ਗਈ ਸਾਡੀ। ਯੈਸ, ਕਿੱਦਾਂ? ਇਹਨਾਂ ਦੀ ਕਿਹੜੇ ਮਿੱਲਾਂ ਚੱਲਦੀਆਂ?
ਤੁਸੀਂ ਦੇਖੋ ਜਦੋਂ ਵੀ ਅੱਜ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਹੀ ਮਿਲਦੀਆਂ ਪਈ ਸਰਕਾਰੀ। ਯਸ ਅੱਜ ਤਰਸ ਇੱਕ ਐਸਾ ਸ਼ਬਦ ਤਰਸ ਜਿਹੜਾ ਕਿ ਆਮ ਜਨਤਾ ਤੇ ਨਹੀਂ ਖਾਦਾ ਜਾਏਗਾ। ਉਹ ਤਰਸ ਜਿਹੜਾ ਹੈਗਾ ਕਰੋੜਪਤੀਆਂ ਦੇ ਤਰਸ ਖਾਣ ਦੀ ਇੱਕ ਨਵੀਂ ਪਰੰਪਰਾ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਐਸੀ ਪਰੰਪਰਾ ਪੰਜਾਬ ਨੇ ਸ਼ੁਰੂ ਕੀਤੀ ਹੈ, ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਹੈ, ਜਿਹਦੀ ਪੂਰੀ ਦੁਨੀਆ ਵਿੱਚ ਮਜ਼ਾਕ ਉੜ ਰਿਹਾ ਹੈ। ਬਿਲਕੁਲ ਮਜ਼ਾਕ ਉੱਡ ਰਿਹਾ, ਕਿਉਂਕਿ ਵਿਧਾਇਕ ਜਿਹੜੇ ਪੈਨਸ਼ਨ ਲੈਂਦੇ ਨੇ, ਕਈ ਤਰ੍ਹਾਂ ਦੇ ਭੱਤੇ ਲੈਂਦੇ ਨੇ, ਸਰਕਾਰੀ ਭੱਤੇ, ਟੈਲੀਫੋਨ ਭੱਤਾ ਜੀ, ਕਾਰਾਂ ਦੇ ਇੰਸ਼ੋਰੈਂਸ ਆ ਜੀ, ਕਾਰਾਂ ਦੇ ਪੈਟਰੋਲ ਪੈਣੇ ਆ ਜੀ, ਡੀਜ਼ਲ ਪੈਣੇ ਆ। ਸੋ ਹਰੇਕ ਤਰ੍ਹਾਂ ਦੀ ਸੁਵਿਧਾ ਜਿਹੜੀ ਆ ਸਰਕਾਰ ਦੇ ਮੁਲਾਜ਼ਮਾਂ ਨੂੰ ਮਿਲਦੀ ਆ, ਪਰ ਜਨਤਾ ਜਿਹੜੀ ਆ ਜਿਸ ਨੂੰ ਲੁੱਟਿਆ ਜਾਂਦਾ ਵਾ ਉਸ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ। ਇਹ ਜਨਤਾ ਦੇ ਪੈਸੇ ਨਾਲ ਖਰੀਦੀਆਂ ਹੋਈਆਂ ਬੱਸਾਂ ਦਾ ਹਾਲਾਤ, ਅੱਜ ਬੱਸਾਂ ਕੰਡਮ ਹੋ ਰਹੀਆਂ ਨੇ। ਇਹ ਸੁਵਿਧਾ ਲਈ, ਪਬਲਿਕ ਟਰਾਂਸਪੋਰਟ ਸੁਵਿਧਾ ਲਈ ਇਹ ਬੱਸਾਂ ਜਿਹੜੀਆਂ ਵਾ ਕਾਰਪੋਰੇਸ਼ਨ ਨੇ ਕਰੀਬ 11 ਸਾਲ ਪਹਿਲਾਂ ਖਰੀਦੀਆਂ ਸੀਗੀਆਂ। 65 ਕਰੋੜ ਦੀ, ਕਰੀਬ 65 ਕਰੋੜ ਦੀ ਜਿਹੜੀ ਲਾਗਤ ਦੱਸੀ ਜਾ ਰਹੀ ਕਿ ਇਹਨਾਂ ਬੱਸਾਂ ਉੱਤੇ ਲਗਾਈ ਗਈ ਸੀਗੀ, ਤੇ ਅੱਜ ਉਹ 65 ਕਰੋੜ ਜਿਹੜਾ ਵਾ ਸਵਾਹ ਹੋ ਰਿਹਾ ਵਾ। ਨੋਟਾਂ ਨੂੰ ਜਿਵੇਂ ਕਹਿੰਦੇ ਨੇ ਅੱਗ ਲਾਣੀ, ਸ਼ਾਹੂਕਾਰ ਨੋਟਾਂ ਨੂੰ ਅੱਗ ਲਾ ਦਿੰਦੇ ਨੇ, ਤੇ ਉਹ ਹਾਲਾਤ ਨੇ ਅੱਜ ਇੱਥੇ। ਇਹਨਾਂ ਦੇ ਸ਼ੌਂਕ ਹੈ, ਇਹਨਾਂ ਦੇ ਅਵੱਲੇ ਸ਼ੌਂਕ ਹੈ ਸਾਡੇ ਪੋਲੀਟੀਸ਼ੀਅਨਾਂ ਦੇ। ਇਹ ਨੋਟਾਂ ਨੂੰ ਅੱਗ ਲਾਉਂਦੇ ਆ। ਤੁਸੀਂ ਦੇਖੋ ਕਿ ਇਹ ਕਰੋੜਾਂ ਰੁਪਈਆ ਆਪਣੀਆਂ ਸੁੱਖ ਸੁਵਿਧਾਵਾਂ ਦੇ ਖਰਚਦੇ ਆ। ਤੁਸੀਂ ਇਹਨਾਂ ਦੇ ਜਦੋਂ ਫੰਕਸ਼ਨ ਹੁੰਦੇ ਇਹਨਾਂ ਦੇ ਬੱਚਿਆਂ ਦੇ ਕਰੋੜਾਂ ਰੁਪਏ ਦੇ ਵਿੱਚ ਵੀ ਕੋਈ ਨਾ ਕੋਈ ਕਪਲਾ ਜ਼ਰੂਰ ਹੋਊਗਾ ਜੀ। ਜਦੋਂ ਇਹਨਾਂ ਦੇ ਬੱਚਿਆਂ ਦੇ ਫੰਕਸ਼ਨ ਹੁੰਦੇ ਆ, ਤੁਸੀਂ ਆ ਸੀਐਮ ਸਾਹਿਬ ਦਾ ਵਿਆਹ ਘਰ ਹੋਇਆ, ਪੋਤੀ ਦਾ ਵਿਆਹ ਹੋਇਆ ਸੀ, ਦੇਖੋ ਕਿੰਨਾ ਪੈਸਾ ਲੱਗਾ ਸੀ। ਉਦੋਂ ਕੋਈ ਕਰੋਨਾ ਵੀ ਨਹੀਂ ਸੀਗਾ, ਕਰੋਨਾ ਵੀ ਹਟਾ ਦਿੱਤਾ ਗਿਆ। ਲੇਕਿਨ ਜਦੋਂ ਕੋਈ ਗਰੀਬ ਇਨਸਾਨ ਕੋਈ ਵਿਆਹ, ਕੋਈ ਛੋਟਾ ਮੋਟਾ ਫੰਕਸ਼ਨ ਕਰਦਾ, तो सरकार जी सुन लो तुसी जवाब, क्योंकि कीमती रावल ने समाज सेवक ने ਬੱਸਾਂ ਦੇ ਹਾਲਾਤ ਅਸੀਂ ਵੀ ਦਿਖਾਏ ਆ, ਨਾਲ ਸਾਡੇ ਨਾਲ ਸਮਾਜ ਸੇਵੀ ਕੀਮਤੀ ਰਾਵਲ ਸੀਗੇ। ਟਾਇਰ ਕੰਡਮ ਨੇ, ਸਮਾਨ ਵਿਕ ਚੁੱਕਾ ਵਾ। ਸੋ ਸੀਟਾਂ ਦੇਖ ਲਓ ਪਈਆਂ ਜਿਹੜੀਆਂ ਵਾ ਕਿੱਦਾਂ ਉਖੜੀਆਂ ਹੋਈਆਂ ਨੇ। ਇਹ ਪਈਆਂ ਸੀਟਾਂ ਉਖੜੀਆਂ ਜੀ। ਜੇ ਮੈਂ ਤਾਂ ਸੁਣਦਾ ਕਿ ਐਕਸੀਡੈਂਟ 'ਚ ਬੱਸ ਕੰਡਮ ਹੋ ਜਾਂਦੀ, ਪਰ ਇੱਥੇ ਖੜੀਆਂ ਬੱਸਾਂ ਕੰਡਮ ਹੋ ਗਈਆਂ। ਇਹ ਤਾਂ ਜੀ ਜਦੋਂ ਕੋਈ ਇੱਥੇ ਕੋਈ ਆਂਦਾ ਹੋਣਾ ਵਾ, ਉਹ ਬਾਹਰ ਕੁਰਸੀ ਕੱਢ ਕੇ ਬਾਹਰ ਬਹਿ ਜਾਂਦਾ ਨਾ ਹਵਾ ਬਾਰੇ। ਲੋਕ ਹੁਣ ਇੱਥੇ ਦੇਖੋ ਨਾ, ਕੰਧ ਛੋਟੀ ਜੀ ਕੰਧ, ਸਾਰੀ 4 ਫੁੱਟ ਦੀ ਕੰਧ ਹੈ। ਉਹ 4 ਫੁੱਟ ਦੀ ਕੰਧ ਟੱਪ ਕੇ ਅੰਦਰ ਆ ਜਾਏ, ਕਿਹੜੇ ਕੈਮਰਿਆਂ ਦੇ ਹਾਲਾਤ ਤੁਸੀਂ ਦੇਖ ਲਏ। ਬਿਲਕੁਲ। ਸੋ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਨਗਰ ਨਿਗਮ ਦੀਆਂ, ਜਿੱਥੇ ਸਰਕਾਰ ਨੇ ਸੁਵਿਧਾ ਲਈ ਪਬਲਿਕ ਟਰਾਂਸਪੋਰਟ ਸ਼ੁਰੂਆਤ ਕੀਤੀ ਸੀਗੀ ਤਾਂ ਕਿ ਲੋਕਾਂ ਨੂੰ ਸੁਵਿਧਾ ਦਿੱਤੀ ਜਾਵੇ। ਨਗਰ ਨਿਗਮ ਲੁਧਿਆਣਾ ਨੇ ਕਰੀਬ 120 ਦੇ ਕਰੀਬ ਬੱਸਾਂ ਜਿਹੜੀਆਂ ਵਾ ਉਹ ਖਰੀਦੀਆਂ ਸੀਗੀਆਂ, ਪਰ ਅੱਜ ਹਾਲਾਤ ਬੱਸਾਂ ਦੇ ਕੰਡਮ ਹੋ ਚੁੱਕੇ ਨੇ। ਔਰ ਅੱਜ ਇਸ ਬੱਸ ਨੂੰ ਅਗਰ ਦੁਬਾਰਾ ਸ਼ੁਰੂ ਕਰਨਾ ਤੇ 5 ਲੱਖ ਦਾ ਕਰੀਬ ਦੁਬਾਰਾ ਇਹ ਤੇ ਖਰਚਾ ਹੈਗਾ ਵਾ। ਹਾਂਜੀ, ਇੱਕ ਵਾਸਤੇ 5 ਲੱਖ ਰੁਪਏ ਦਾ ਖਰਚਾ, ਰਿਪੇਅਰ ਦਾ ਹੁਣ ਕਿਹਾ ਗਿਆ ਵਾ। ਇਹ ਗੱਲ ਪਤਾ ਲੱਗੀ ਹੈ ਕਿ ਇੱਕ ਵਾਸਤੇ 5 ਲੱਖ ਰੁਪਏ ਖਰਚਾ ਜਾਏਗਾ। ਹੁਣ ਪਹਿਲਾਂ ਤੁਸੀਂ ਬੱਸਾਂ ਕੰਡਮ ਕਰਤੀਆਂ, ਫਿਰ ਉਹਨੂੰ ਰਿਪੇਅਰ ਕਰਾਉਂਗੇ, ਫਿਰ ਉਹਨੂੰ ਸੜਕ ਤੇ ਲਿਆਉਂਗੇ, ਫਿਰ ਉਹ ਤੇ ਪੈਟਰੋਲ ਡੀਜ਼ਲ 'ਚ ਫਰਕ ਪਾਉਂਗੇ। ਤੁਸੀਂ ਦੇਖੋ ਇਹ ਸਾਰਾ ਇਹ ਕਰਪਸ਼ਨ ਦਾ ਜਿਹੜਾ ਸਰਕਲ ਹੈ, ਇਹ 75-25 ਜਿਵੇਂ ਨਵਜੋਤ ਸਿੰਘ ਸਿੱਧੂ ਜੀ ਕਹਿ ਰਹੇ ਨੇ, ਇਹ 75-25 ਵਾਲਾ ਫੰਡਾ ਹੋਇਆ। ਇਹ ਕਾਰਪੋਰੇਟ ਘਰਾਣੇ ਨੇ। ਇਹ ਜਿਹੜੇ ਸਾਡੇ ਐਮਐਲਏ, ਸਾਡੇ ਐਮਪੀ, ਇਹ ਜਿਹੜੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਕੋਈ ਮਤਲਬ ਨਹੀਂ। ਐਵੇਂ ਨਹੀਂ ਅਮੀਰ ਬਣ ਜਾਂਦੇ ਐਮਐਲਏ ਐਮਪੀ। ਜਦੋਂ ਪਹਿਲੀ ਵਾਰੀ ਕੋਈ ਐਮਐਲਏ ਬਣਦਾ ਤੇ ਆਪਣੀ ਪ੍ਰਾਪਰਟੀ ਜਿਹੜੀ ਸ਼ੋਅ ਕਰਦਾ ਵਾ ਕਿ ਮੇਰੀ ਪ੍ਰਾਪਰਟੀ ਇੰਨੀ ਆ, 5 ਸਾਲ ਬਾਅਦ ਉਸਦੀ ਪ੍ਰਾਪਰਟੀ ਵੱਡੀ ਹੋਈ ਹੁੰਦੀ ਆ, ਪੈਸੇ ਡਬਲ ਹੋਏ ਹੁੰਦੇ ਆ, ਗਹਿਣੇ ਦੀ ਵੈਲਿਊ ਜਿਹੜੀ ਆ ਉਹ ਡਬਲ ਹੋਈ ਹੁੰਦੀ ਆ। ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਖਸਤਾ ਹਾਲਤ 'ਚ ਨੇ ਲੁਧਿਆਣਾ ਦੀਆਂ ਸਿਟੀ ਬੱਸਾਂ। ਸੋ ਲੁਧਿਆਣਾ ਸਿਟੀ ਬੱਸ ਤੁਹਾਨੂੰ ਦਿਖਾ ਰਹੇ ਆ ਕਿਸ ਤਰ੍ਹਾਂ ਖਸਤਾ ਹਾਲਤ ਆ। ਅੱਜ ਤੋਂ 11 ਸਾਲ ਪਹਿਲਾਂ ਕਰੀਬ 2010 ਦੇ ਵਿੱਚ ਕਾਰਪੋਰੇਸ਼ਨ ਨੇ, ਸੁਖਬੀਰ ਬਾਦਲ ਹੋਣਾ ਦੀ ਸਰਕਾਰ ਸੀਗੀ ਪੰਜਾਬ ਦੇ ਵਿੱਚ, ਅਕਾਲੀ ਭਾਜਪਾ ਸਰਕਾਰ ਸੀ, ਉਹਨਾਂ ਨੇ ਬੱਸਾਂ ਖਰੀਦੀਆਂ ਸੀਗੀਆਂ। ਉਸ ਦੌਰਾਨ ਜਦੋਂ ਸਰਕਾਰ ਜਾਣ ਵਾਲੀ ਸੀਗੀ ਤਾਂ ਕਾਂਗਰਸ ਦੇ ਵਿਧਾਇਕਾਂ ਤੇ ਮੈਂਬਰ ਪਾਰਲੀਮੈਂਟ ਵੱਲੋਂ ਇਹਨਾਂ ਬੱਸਾਂ ਦੀਆਂ ਪੂਜਾ ਪਾਠ ਕੀਤੇ ਗਏ, ਧੋਤੀਆਂ ਗਈਆਂ ਬੱਸਾਂ ਨੂੰ ਕਿ ਕਾਰਪੋਰੇਸ਼ਨ ਦੀਆਂ ਬੱਸਾਂ ਜਿਹੜੀਆਂ ਮੈਂ ਕੰਡਮ ਖੜੀਆਂ ਨੇ ਇਹਨਾਂ ਨੂੰ ਚਲਾਣ, ਅਕਾਲੀ ਭਾਜਪਾ ਸਰਕਾਰ ਇਹਨਾਂ ਬੱਸਾਂ ਨੂੰ ਚਲਾਵੇ। ਸਰਕਾਰ ਬਦਲੀ, ਉਹੀ ਹਾਲਾਤ ਨੇ ਅੱਜ। ਫਿਰ ਅੱਜ ਕੌਣ ਜਾ ਰਿਹਾ ਉੱਥੇ ਪੂਜਾ ਪਾਠ ਕਰਨ? ਅਕਾਲੀ ਦਲ ਦੇ ਵਿਧਾਇਕ, ਅਕਾਲੀ ਦਲ ਦੇ ਲੀਡਰ, ਉਹ ਇਹਨਾਂ ਬੱਸਾਂ ਦੀ ਪੂਜਾ ਕਰ ਰਹੇ ਨੇ ਕਿ ਇਹਨਾਂ ਬੱਸਾਂ ਨੂੰ ਚਲਾਇਆ ਜਾਵੇ। ਕਿਉਂ ਸਿਆਸਤ ਖੇਡੀ ਜਾਂਦੀ ਆ? ਜਨਤਾ ਦਾ ਪੈਸਾ ਕਿਉਂ ਬਰਬਾਦ ਕੀਤਾ ਜਾਂਦਾ ਵਾ? ਸੋ ਇਹ ਜਵਾਬ ਜਿਹੜੀ ਆ ਆਮ ਜਨਤਾ ਮੰਗ ਰਹੀ ਆ। ਉਹ ਐਨਜੀਓ ਜਿਹੜੀ ਸੇਵਾ ਦੇ ਵਿੱਚ ਲੱਗੀਆਂ ਨੇ ਉਹ ਜਵਾਬ ਮੰਗਦੀਆਂ ਨੇ ਸਰਕਾਰ ਤੋਂ, ਕਿਉਂ ਜਨਤਾ ਦਾ ਪੈਸਾ ਬਰਬਾਦ ਕਰ ਰਹੇ ਹੋ? ਕਿਉਂ ਸਿਆਸਤ ਖੇਡਦੇ ਹੋ? ਅੱਜ ਇਹਨਾਂ ਬੱਸਾਂ ਨੂੰ ਚਲਾਇਆ ਜਾਵੇ। ਸੁਵਿਧਾ ਜਿਹੜੀ ਆ ਲੋਕਾਂ ਦੇ ਲਈ ਸ਼ੁਰੂ ਕੀਤੀ ਗਈ ਆ, ਉਸ ਨੂੰ ਦੁਬਾਰਾ ਚਲਾਇਆ ਜਾਵੇ। ਸੋ ਇਸ ਜਾਂਚ ਦੀ ਜਿਹੜੀ ਆ ਕੀਮਤੀ ਰਾਵਲ ਕੋਲੋਂ ਮੰਗ ਕੀਤੀ ਗਈ ਕਿ ਇਹਨਾਂ ਦੀ ਜਾਂਚ ਕਰਾਈ ਜਾਵੇ। ਆਖਿਰ ਇੰਨਾ ਪੈਸਾ ਲਗਾਇਆ ਗਿਆ, ਕਿਉਂ ਬਰਬਾਦ ਕੀਤਾ? ਉਹਨਾਂ ਅਫਸਰਾਂ ਤੇ
ਇਸ ਦੀ ਜਾਂਚ ਜਿਹੜੀ ਆ ਉਹ ਕੀਤੀ ਜਾਵੇ। ਕੈਮਰਾਮੈਨ ਗੁਰਦੇਵ ਦੇ ਨਾਲ ਨਰਿੰਦਰ ਮਹਿੰਦੂ, ਜਗਬਾਣੀ ਟੀਵੀ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।